ਨਿਉਟਿਆਂ ਦੀ ਓਟ, ਨਧਿਰਿਆਂ ਦੀ ਧਿਰ, ਨਿਆਸਰਿਆਂ ਦੇ ਆਸਰੇ, ਨਗੱਤਿਆਂ ਦੀ ਗੱਤ, ਨਪੱਤਿਆਂ ਦੀ ਪੱਤ, ਘੜ ਭੰਨਣੇ ਸਮਰੱਥ ਇਤਿਆਦਿਕ ਬਖਸ਼ਿਸ਼ਾਂ ਪ੍ਰਾਪਤ ਕਰਕੇ ਗੁਰਦੇਵ ਦਾ ਹੀ ਰੂਪ ਹੋ ਗਏ। ਔਰ ਉਹਨਾਂ ਦੀ ਸੇਵਾ, ਉਹਨਾਂ ਨੂੰ ਆਪਣਾ ਜੀਵਨ ਸਮਰਪਿਤ ਕਰਕੇ ਸੰਸਾਰ ਦੇ ਅੰਦਰ ਸਦੀਵੀ ਕਾਲ ਵਾਸਤੇ ਅਮਰ ਹੋ ਜਾਣ ਵਾਲੇ ਮਹਾਨ ਬ੍ਰਹਮ ਗਿਆਨੀ ਗੁਰੂ ਘਰ ਦੇ ਮਹਾਨ ਸੇਵਾਦਾਰ ਗੁਰਸਿੱਖ ਭਾਈ ਸੱਚਣ ਸੱਚ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਆਪ ਜੁੜੇ ਹੋ ਸਾਲਾਨਾ ਜੋੜ ਮੇਲੇ ਦੀ ਹਾਜ਼ਰੀ ਲਵਾਉਂਦਿਆਂ ਗੁਰੂ ਜਸ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਆਪ ਸਾਖੀ ਜਾਣਦੇ ਹੋ ਭਲੀ ਭਾਂਤ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਦੇਸ਼ ਤੱਕ ਗੁਰਦੇਵ ਨੇ ਆਪਣੇ ਜੀਵਨ ਦੀਆਂ ਸਚਿੱਤਰ ਸਾਖੀਆਂ ਦੇ ਅੰਦਰ ਸਾਨੂੰ ਜੀਵਨ ਜਾਚ ਸਿਖਾਈ। ਪਹਿਲੇ ਜਾਮੇ ਦੇ ਵਿੱਚ ਤਪਦੀ ਹੋਈ ਸੜਦੀ ਹੋਈ ਤ੍ਰਿਸ਼ਨਾ ਦੀ ਅੱਗ ਵਿੱਚ ਮਗਦੀ ਹੋਈ ਲਕਾਈ ਨੂੰ ਨਾਮ ਦੀ ਸੀਤਲਤਾ ਪ੍ਰਦਾਨ ਕੀਤੀ। ਦੂਜੇ ਜਾਮੇ ਦੇ ਵਿੱਚ ਨਾਮ ਸੇਵਾ ਸਿਮਰਨ ਦੀ ਲਹਿਰ ਨੂੰ ਹੋਰ ਵੀ ਪ੍ਰਚੰਡ ਕੀਤਾ ਔਰ ਸਮਾਜਿਕ ਤੌਰ ਤੇ ਸਿੱਖਾਂ ਦਾ ਜੁੱਸਾ ਮਜ਼ਬੂਤ ਹੋਵੇ, ਸਿੱਖ ਸਰੀਰਕ ਤੌਰ ਤੇ ਤੰਦਰੁਸਤ ਰਹਿਣ, ਮੱਲ ਅਖਾੜੇ ਆਰੰਭ ਕੀਤੇ। ਸਿੱਖਾਂ ਦੀ ਆਉਣ ਵਾਲੀ ਜਨਰੇਸ਼ਨ ਵਿਦਵਤਾ ਭਰਪੂਰ ਹੋਵੇ, ਛੋਟੇ ਛੋਟੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਈ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਦੇ ਵਿੱਚ, ਤੀਜੇ ਪਾਤਸ਼ਾਹ ਦੇ ਰੂਪ ਦੇ ਵਿੱਚ ਆਪ ਹੱਥੀਂ ਸੇਵਾ ਕਰਕੇ ਸੇਵਾ ਕਰਨ ਦੀ ਜਾਚ ਸਿਖਾਈ ਤੇ ਬਹੁਤ ਸਾਰੀਆਂ ਸਮਾਜਿਕ ਕੁਰੀਤੀਆਂ ਨੂੰ ਠੱਲ ਪਾਉਣ ਵਾਸਤੇ ਗੁਰਦੇਵ ਨੇ ਮਹਾਨ ਉਪਦੇਸ਼ ਦਿੱਤੇ। ਸਤੀ ਪ੍ਰਥਾ ਭਾਰਤ ਵਰਸ਼ ਦੇ ਵਿੱਚ ਬੜੀ ਪ੍ਰਚੰਡ ਸੀ। ਜਿਹੜੀ ਬੀਬੀ ਦਾ ਪਤੀ ਚਲਾਣਾ ਕਰ ਜਾਂਦਾ ਸੀ ਉਹਦੀ ਚਿਖਾ ਦੇ ਵਿੱਚ ਉਹਨੂੰ ਸੁੱਟ ਦਿੱਤਾ ਜਾਂਦਾ ਸੀ ਜਾਂ ਆਪਣੇ ਆਪ ਹੀ ਉਹਨੂੰ ਸੜ ਕੇ ਤੇ ਸਤੀ ਹੋਣਾ ਪੈਂਦਾ ਸੀ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਪ੍ਰਥਾ ਦਾ ਖੰਡਨ ਕੀਤਾ ਔਰ ਆਖਿਆ ਸਤੀਆਂ ਇਹ ਨਾ ਆਖੀਆਂ ਮੜਿਆਂ ਲੱਗ ਜਲਨ। ਇਸੇ ਤਰ੍ਹਾਂ ਘੁੰਡ ਕੱਢਣ ਦੀ ਪ੍ਰਥਾ ਇਹ ਵੀ ਗੁਰੂ ਘਰ ਦੇ ਵਿੱਚੋਂ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਹਟਾਈ ਔਰ ਹਰੀਪੁਰ ਦੇ ਰਾਜੇ ਦੀ ਨਵ ਵਿਆਹੀ ਰਾਣੀ ਨੇ ਘੁੰਡ ਕੱਢਿਆ। ਮਹਾਰਾਜ ਦੀ ਰਸਨਾ ਤੋਂ ਬਚਨ ਹੋਇਆ। ਇਹਨੇ ਝੱਲੀ ਨੇ ਬੜਦਾ ਕਿਉਂ ਕੀਤਾ, ਇਹ ਘੁੰਡ ਕਿਉਂ ਕੱਢਿਆ? ਇਹ ਗੁਰਦੇਵ ਦੀ ਰਸਨਾ ਤੋਂ ਚੱਲਿਆ ਬਾਣ ਝੱਲ ਹੋ ਗਿਆ, ਦੌੜ ਗਈ। ਭਾਈ ਸੱਚਣ ਸੱਚ ਜੀ ਜਦੋਂ ਗੁਰੂ ਘਰ ਦੀ ਸੇਵਾ ਵਾਸਤੇ ਲੰਗਰਾਂ ਵਾਸਤੇ ਲੱਕੜਾਂ ਲੈਣ ਜਾਂਦੇ, ਸਾਧ ਸੰਗਤ ਜੀ ਬੜੇ ਬੜੇ ਨੌ ਵਧੇ ਹੋਏ ਔਰ ਚੰਡੇਲਾਂ ਵਾਲੀ ਰੂਪ ਰੇਖਾ ਬਣੀ ਹੋਈ ਰਾਣੀ ਦੀ, ਤੇ ਉਹ ਗਲ ਪੈਂਦੀ ਹੈ ਔਰ ਬਾਬਾ ਸੱਚਣ ਸੱਚ ਜੀ ਜਾਣਦੇ ਆ ਕੋਈ ਬਦਰੂ ਹੈ। ਗੁਰਦੇਵ ਨੂੰ ਆ ਕੇ ਬੇਨਤੀ ਕਰਦੇ ਆ, ਮਹਾਰਾਜ ਆਪਣੇ ਚਰਨਾਂ ਦੀ ਖੜਾ ਦਿੰਦੇ ਆ ਔਰ ਹੁਕਮ ਕਰਦੇ ਆ ਵੀ ਜਦੋਂ ਹੁਣ ਆਵੇ ਉਹਦੇ ਮਸਤਕ ਦੇ ਨਾਲ ਛੁਹਾ ਦੇਣੀ ਹੈ। ਇਸੇ ਤਰ੍ਹਾਂ ਹੀ ਬਾਬਾ ਸੱਚਣ ਸੱਚ ਜੀ ਕਰਦੇ ਆ, ਗੁਰਦੇਵ ਤੇ ਨਿਸ਼ਚਾ ਰੱਖ ਕੇ ਸਾਧ ਸੰਗਤ ਜੀ ਉਹ ਪਵਿੱਤਰ ਖੜਾ ਜਿਹੜੀ ਗੁਰਦੇਵ ਦੇ ਚਰਨਾਂ ਦੇ ਨਾਲ ਸਪਰਸ਼ ਹੋਈ, ਜਦੋਂ ਉਹ ਰਾਣੀ ਦੇ ਮਸਤਕ ਦੇ ਨਾਲ ਛੂੰਹਦੀ ਹੈ ਤੇ ਉਹਦੀ ਸਾਰੀ ਚੇਤਨਤਾ ਉਹਦੇ ਵਿੱਚ ਵਾਪਸ ਆ ਜਾਂਦੀ ਹੈ, ਉਹਦਾ ਝੱਲਪੁਣਾ ਦੂਰ ਹੋ ਜਾਂਦਾ ਹੈ। ਉਹਦੇ ਤਨ ਦਾ ਨਗੇਜ ਢੱਕਣ ਵਾਸਤੇ ਬਾਬਾ ਸੱਚਣ ਸੱਚ ਜੀ ਆਪਣੀ ਕੰਬਲੀ ਕਹਿ ਲਓ, ਚਾਦਰਾ ਕਹਿ ਲਓ, ਉਹਦੇ ਉੱਪਰ ਪਾਉਂਦੇ ਆ ਤੇ ਆਪਣੇ ਨਾਲ ਹੀ ਮਹਾਰਾਜ ਦੇ ਚਰਨਾਂ ਵਿੱਚ ਲੈ ਜਾਂਦੇ ਆ। ਗੁਰਦੇਵ ਤੱਕ ਕੇ ਕਹਿੰਦੇ ਆ ਕਿ ਆ ਸੋਹਣੀ ਜੋੜੀ ਆ ਰਹੀ ਹੈ। ਤੇ ਸਾਧ ਸੰਗਤ ਜੀ ਮਹਾਰਾਜ ਦੀ ਨਵਾਜ਼ਿਸ਼ ਹੁੰਦੀ ਹੈ, ਭਾਵੇਂ ਪਹਿਲਾਂ ਵੀ ਸ਼ਾਦੀ ਹੋਈ ਸੀ। ਬਾਬਾ ਸੱਚਣ ਸੱਚ ਜੀ ਬੇਨਤੀ ਕਰਦੇ ਆ, ਮਹਾਰਾਜ ਮੈਂ ਤਾਂ ਪਹਿਲਾਂ ਹੀ ਇਸ ਗ੍ਰਸਤ ਮਾਰਗ ਦੇ ਵਿੱਚ ਹਾਂ ਤੇ ਘਰ ਦੇ ਵਿੱਚ ਵਿਗਾੜ ਨਾ ਪਵੇਗਾ। ਗੁਰਦੇਵ ਕਹਿੰਦੇ ਵੀ ਕਿਸੇ ਤਰ੍ਹਾਂ ਦਾ ਕੋਈ ਵਿਗਾੜ ਨਹੀਂ ਪਵੇਗਾ। ਸਾਧ ਸੰਗਤ ਜੀ ਮਹਾਰਾਜ ਨੇ ਜੋ ਮੰਜੀਆਂ ਥਾਪੀਆਂ, ਪੀੜੇ ਥਾਪੇ ਸਿੱਖੀ ਦੇ ਪ੍ਰਚਾਰ ਵਾਸਤੇ ਇਸ ਪਾਵਨ ਪਵਿੱਤਰ ਅਸਥਾਨ ਨੂੰ ਔਰ ਬਾਬਾ ਸੱਚਣ ਸੱਚ ਜੀ ਨੂੰ ਔਰ ਉਸ ਰਾਣੀ ਨੂੰ ਉਹ ਸੱਚੀ ਮੰਜੀ ਗੁਰੂ ਘਰ ਦੇ ਪ੍ਰਚਾਰ ਪ੍ਰਸਾਰ ਵਾਸਤੇ ਪ੍ਰਾਪਤ ਹੋਈ। ਮੈਂ ਸੂਖਮ ਜਿਹਾ ਇਤਿਹਾਸ ਬੇਨਤੀ ਕੀਤੀ, ਆਪ ਸਾਰੇ ਜਾਣਦੇ ਹੀ ਹੋ। ਪਾਵਨ ਅਸਥਾਨ ਦੀ ਮਹਿਮਾ ਕੋਈ ਲੁਕੀ ਛਿਪੀ ਨਹੀਂ ਹੈ। ਜਿਹੜੇ ਪਾਸੇ ਵੇਖ ਰਹੇ ਆ ਗੁਰੂ ਕੀਆਂ ਸੰਗਤਾਂ ਦੀ ਭਾਰੀ ਤਲਾਤ, ਭਾਰੀ ਗਿਣਤੀ ਨਜ਼ਰ ਆਉਂਦੀ ਹੈ। ਇਹ ਆਪ ਜੀ ਦੇ ਹਿਰਦੇ ਵਿੱਚ ਭਾਵਨਾ ਹੈ ਇਸ ਪਾਕ ਮੁਕੱਦਸ ਅਸਥਾਨ ਦੇ ਪ੍ਰਤੀ। ਸਾਧ ਸੰਗਤ ਜੀ ਮੇਰੇ ਤੋਂ ਪਹਿਲਾਂ ਢਾਡੀ ਜਥਾ ਆਪ ਜੀ ਦੇ ਨਾਲ ਗੁਰੂ ਪੰਥ ਦੇ ਇਤਿਹਾਸ ਦੇ ਵਿੱਚੋਂ ਸਾਂਝ ਪਾ ਕੇ ਗਿਆ ਏ ਤੇ ਉਹ ਮਜਮੂਨ ਦੀ ਸੰਪੰਨਤਾ ਦੇ ਸਮੇਂ
ਬਾਬਾ ਬੁੱਢਾ ਸਾਹਿਬ ਜੀ ਦਾ ਜ਼ਿਕਰ ਕਰਕੇ ਗਏ ਹੈ। ਤੇ ਅਸੀਂ ਜਦੋਂ ਤੋਂ ਆਸਣਾ ਤੋਂ ਤੁਰੇ ਉਦੋਂ ਤੋਂ 3 ਸਲਾਹਾਂ ਬਦਲ ਲਈਆਂ ਵੀ ਆਹ ਪ੍ਰਸੰਗ ਕਹਿ ਲਈਏ, ਆਹ ਕਹਿ ਲਈਏ। ਤੇ ਮੈਂ ਨਾਲ ਦੇ ਸਿੰਘਾਂ ਨੂੰ ਬੇਨਤੀ ਕੀਤੀ, ਜਿਹੜੀ ਸੇਵਾ ਸਤਿਗੁਰੂ ਜੀ ਆਪਣੀ ਲਾਉਣਗੇ ਉਹੋ ਹੀ ਨਿਭਾਵਾਂਗੇ। ਤੇ ਢਾਡੀ ਜਥਾ ਬਾਬਾ ਬੁੱਢਾ ਸਾਹਿਬ ਜੀ ਦੀ ਬਾਤ ਪਾ ਗਿਆ ਹੈ। ਤੇ ਅੱਜ ਉਹ ਜੋੜ ਮੇਲਾ ਮਾਝੇ ਦੀ ਧਰਤੀ ਤੇ ਬੀੜ ਬਾਬਾ ਬੁੱਢਾ ਸਾਹਿਬ ਵੀ ਮਨਾਇਆ ਜਾ ਰਿਹਾ ਹੈ, ਜਿਹੜਾ ਅੱਜ ਦੇ ਦਿਨ ਮਾਤਾ ਗੰਗਾ ਜੀ ਨੂੰ ਵਰ ਪ੍ਰਾਪਤ ਹੋਇਆ। 6ਵੇਂ ਪਾਤਸ਼ਾਹ ਦਾ ਆਗਾਜ਼ ਹੋਇਆ। 6ਵੇਂ ਪਾਤਸ਼ਾਹ ਦੇ ਪਵਿੱਤਰ ਇਤਿਹਾਸ ਦਾ ਹੁਕਮ ਲੱਗਾ ਹੈ। ਮੈਂ ਜਾਣਿਆ ਕਿ ਬਾਬਾ ਬੁੱਢਾ ਸਾਹਿਬ ਦੀ ਜੇ ਬਾਤ ਚੱਲੀ ਹੈ ਤੇ ਉਧਰੋਂ ਜੋ ਕਲਾ, ਜਿਹੜੇ ਰਸ ਹੁੰਦੇ ਆ ਨਾ, ਕਵੀਸ਼ਰੀ ਕਲਾ ਦੇ 9 ਰਸ ਕਵਿਤਾ ਦੇ ਹੁੰਦੇ ਆ, ਤੇ ਇਹ ਸਮੇਂ-ਸਮੇਂ ਦੇ ਨਾਲ ਤਬਦੀਲ ਹੁੰਦੇ ਆ। ਜਿਹੜਾ ਸਮਾਂ ਰਾਤ ਦਾ ਸੀ ਉਹ ਸਾਧ ਸੰਗਤ ਜੀ ਵਿਰਾਗ ਰਸ ਦਾ ਤੇ ਪ੍ਰੇਮ ਰਸ ਦਾ ਸਮਾਂ ਸੀ, ਤੇ ਆਪਾਂ ਵਿਰਾਗਮਈ ਪ੍ਰੇਮ ਵਾਲਾ ਮੁਹੱਬਤ ਵਾਲਾ ਪ੍ਰਸੰਗ ਸਾਂਝਾ ਕੀਤਾ। ਤੇ ਹੁਣ ਕਵੀਸ਼ਰੀ ਦਾ ਵੀਰ ਰਸੀ ਰੰਗ ਪੇਸ਼ ਕਰਾਂਗੇ, ਕਿਉਂਕਿ ਹੁਣ ਦੂਜਾ ਪਹਿਰ ਹੈ ਦਿਨ ਦਾ, ਤੇ ਇਹ ਸਮਾਂ ਵੀਰ ਰਸ ਦਾ ਹੈ, ਯੁੱਧਮਈ। ਤੇ ਇਸ ਕਰਕੇ ਆਪਾਂ 6ਵੇਂ ਪਾਤਸ਼ਾਹ ਦੇ 4 ਜੰਗਾਂ ਦੇ ਵਿੱਚੋਂ ਦੂਜੇ ਜੰਗ ਦਾ ਮਜ਼ਮੂਨ ਆਰੰਭ ਕਰਨ ਲੱਗੇ ਆ। ਤਵੱਜੋ ਦੇ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਸੀਸ ਝੁਕਾ ਕੇ ਫਤਿਹ ਦੀ ਹਾਜ਼ਰੀ ਲਵਾਓ ਔਰ ਅਸੀਸ ਬਖਸ਼ੋ। ਅਸੀਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰਕੇ ਆਪ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਆਪਣੀ ਰਸਨਾ ਤੋਂ ਉੱਚੀ ਆਵਾਜ਼ ਦੇ ਵਿੱਚ ਉਚਾਰੀਏ। ਸੰਗਤਾਂ ਦੀ ਬਹੁਤ ਗਿਣਤੀ ਹੈ। ਮੈਂ ਸਮਝਦਾ ਹਾਂ ਵੀ ਜਿੰਨੀ ਕੁ ਸੰਗਤ ਇੱਥੇ ਦੀਵਾਨ ਹਾਲ ਦੇ ਵਿੱਚ ਬੈਠੀ ਹੈ ਨਾ, ਇਹਦੇ ਤੋਂ 5 ਹਿੱਸੇ ਸੰਗਤ ਇਹਦੋਂ ਵੱਧ ਹੋ ਸਕਦੀ ਹੈ ਬਾਹਰ। ਮੈਂ ਬੇਨਤੀ ਕਰਦਾ ਹਾਂ, ਦੀਵਾਨ ਹਾਲ ਦੇ ਵਿੱਚ ਬਹੁਤ ਜਗ੍ਹਾ ਖਾਲੀ ਪਈ ਹੈ, ਭਾਵੇਂ ਆਵਾਜ਼ ਜਾ ਰਹੀ ਹੈ, ਬਾਹਰ ਸਕਰੀਨਾਂ ਵੀ ਲੱਗੀਆਂ, ਪਰ ਸਾਧ ਸੰਗਤ ਜੀ ਇੱਥੇ ਜਿਹੜਾ ਆਨੰਦ ਸਨਮੁਖ ਮਹਾਰਾਜ ਦੇ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਕਾ ਵੇਸਾਹੋ। ਸਤਿਗੁਰਾਂ ਦੇ ਸਨਮੁਖ ਆ ਕੇ ਜਿਹੜਾ ਆਨੰਦ ਸਰੋਤੇ ਤੇ ਬਖਤੇ ਦੇ ਸੰਬੰਧ ਦੇ ਨਾਲ ਪ੍ਰਾਪਤ ਹੁੰਦਾ ਹੈ, ਉਹ ਇਸ ਤਰ੍ਹਾਂ ਦੂਰੋਂ ਨਹੀਂ ਹੁੰਦਾ। ਇਸ ਕਰਕੇ ਮੇਰੀ ਬੇਨਤੀ ਹੈ, ਬਹੁਤ ਸੁੰਦਰ ਪ੍ਰਬੰਧ ਪ੍ਰਬੰਧਕਾਂ ਨੇ ਕੀਤਾ ਹੈ। ਜਿਵੇਂ ਢਾਡੀ ਜੀ ਗਿਆਨੀ ਜੋਸ਼ ਜੀ ਬੇਨਤੀ ਕਰਕੇ ਗਏ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਜ਼ਰ ਨਹੀਂ ਆਉਂਦੀ, ਹਰ ਤਰ੍ਹਾਂ ਦਾ ਪ੍ਰਬੰਧ ਹੈ, ਪਰ ਇਸ ਪ੍ਰਬੰਧ ਦਾ ਆਨੰਦ ਮਾਣਨਾ ਇਹ ਸਾਡੇ ਵੱਸ ਦੀ ਗੱਲ ਹੈ। ਵੇਖੋ ਕਿੱਡੀ ਵੱਡੀ ਇਮਾਰਤ ਦੀਵਾਨ ਹਾਲ ਦੀ, ਇਹ ਤੁਹਾਡੀ ਸੇਵਾ ਦੇ ਨਾਲ ਤਿਆਰ ਹੋਈ ਹੈ। ਔਰ ਸਟੇਜ ਸਕੱਤਰ ਸਾਹਿਬ ਰਾਤਰੀ ਦੀਆਂ ਬੇਨਤੀਆਂ ਕਰ ਰਹੇ। ਬਹੁਤ ਸਾਰੀਆਂ ਸੇਵਾਵਾਂ ਬਾਬਾ ਜੀ ਦੇ ਪਾਵਨ ਸਥਾਨ ਦੀਆਂ ਚੱਲ ਰਹੀਆਂ ਹੈ, ਉਹਨਾਂ ਸੇਵਾਵਾਂ ਦੇ ਵਿੱਚ ਵੀ ਆਪ ਜੀ ਨੇ ਹਿੱਸੇ ਪਾਉਣੇ ਹੈ। ਤੇ ਇਹ ਜਿਹੜੀਆਂ ਸੇਵਾਵਾਂ ਹੋਈਆਂ ਹੈ ਏਡੀਆਂ ਏਡੀਆਂ ਵੱਡੀਆਂ ਇਮਾਰਤਾਂ ਦੀਆਂ, ਇਹਨਾਂ ਦਾ ਲਾਹਾ ਤਾਂ ਹੀ ਮਿਲੇਗਾ ਜੇ ਇਹਨਾਂ ਵਿੱਚ ਆ ਕੇ ਸੱਜ ਕੇ ਸੰਗਤ ਦੇ ਵਿੱਚ ਆਪਾਂ ਗੁਰੂ ਕੀ ਮਹਿਮਾ ਸਰਵਣ ਕਰਾਂਗੇ। ਸਤਿਗੁਰਾਂ ਦੀ ਵਡਿਆਈ ਸਰਵਣ ਕਰਨ ਦਾ ਬਹੁਤ ਵੱਡਾ ਮਹਾਤਮ ਹੈ। ਸਾਡਾ ਇਹ ਸਮਾਂ ਸਫਲਾ ਹੋਵੇਗਾ ਜੇ ਗੁਰੂ ਦੀ ਮਹਿਮਾ ਸੁਣਾਂਗੇ। ਸਾਨੂੰ ਪਤਾ ਲੱਗੇਗਾ ਵੀ ਸਾਡੇ ਗੁਰੂਆਂ ਨੇ ਆਪਣੇ ਜੀਵਨ ਦੇ ਵਿੱਚ ਇਤਿਹਾਸ ਰਚ ਕੇ ਸਾਨੂੰ ਸਿਖਾਇਆ ਕੀ ਹੈ। ਸਾਨੂੰ ਪਤਾ ਲੱਗੇਗਾ ਵੀ ਅਸੀਂ ਕਿਹਨਾਂ ਦੇ ਵਾਰਸ ਹਾਂ। ਜਿਨ੍ਹਾਂ ਦੇ ਅਸੀਂ ਵਾਰਸ ਹਾਂ ਉਹਨਾਂ ਨੇ ਜੀਵਨ ਦੇ ਵਿੱਚ ਕਿਹੋ ਜਿਹਾ ਕਿਰਦਾਰ ਧਾਰ ਕੇ ਰੱਖਿਆ, ਉਹਨਾਂ ਨੇ ਕਿਵੇਂ ਸਾਨੂੰ ਜੀਵਨ ਜਾਚ ਸਿਖਾਈ। ਜੇ ਸੁਣਿਆ ਹੀ ਨਾ ਤੇ ਅਸੀਂ ਉਸ ਕਿਰਦਾਰ ਤੋਂ ਵਾਂਝੇ ਰਹਿ ਜਾਵਾਂਗੇ ਜਿਹੜਾ ਸਾਡਾ ਗੁਰੂ ਕੀ ਸਿੱਖੀ ਧਾਰਨ ਕਰਕੇ ਹੋਣਾ ਚਾਹੀਦਾ ਹੈ। ਤੋ ਇਸ ਕਰਕੇ ਸਭ ਤੋਂ ਪਹਿਲਾਂ ਫਤਿਹ ਦੀ ਹਾਜ਼ਰੀ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੂੰਜਾਂ ਪਾ ਦਿਓ ਉੱਚੀ ਆਵਾਜ਼ ਵਿੱਚ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਅਸਥਾਨਾਂ ਤੇ ਮਾਸਟਰ ਸਰਦਾਰ ਪ੍ਰੀਤਮ ਸਿੰਘ ਜੀ ਸਰਪੰਚ ਸਾਹਿਬ ਸੈਦੇਵਾਲਾ ਪਹੁੰਚੇ ਹੈ, ਉਹਨਾਂ ਵੱਲੋਂ ਇਤਿਹਾਸ ਦਾ ਸਤਿਕਾਰ ਕੀਤਾ ਗਿਆ ਹੈ। ਰਹਿੰਦੇ ਅਰਦਾਸੇ ਆਪਾਂ ਮਜ਼ਮੂਨ ਦੀ ਸੰਪੰਨਤਾ ਦੇ ਉਪਰੰਤ ਕਰਾਂਗੇ। ਇਹ ਅਸੂਲ ਸਤਿਗੁਰਾਂ ਨੇ ਬਖਸ਼ਿਆ ਹੈ ਵੀ ਜਦੋਂ ਰਮਤਾ ਕਰੀਏ ਜਾਂਦਾ ਉਦੋਂ ਸਾਰੇ ਅਰਦਾਸੇ ਕਹਿ ਦਈਦੇ ਹੈ, ਜਾਂ ਫਿਰ ਜਦੋਂ ਮਜ਼ਮੂਨ ਸਮਾਪਤ ਹੋ ਜਾਵੇ ਚੱਲਦੇ ਇਤਿਹਾਸ ਦੇ ਵਿੱਚ ਕੋਈ ਅਰਦਾਸਾ ਨਹੀਂ ਕਿਹਾ ਜਾਵੇਗਾ। ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ 5ਵੇਂ ਪਾਤਸ਼ਾਹ ਤੱਕ ਗੁਰਦੇਵ ਨੇ ਸਾਨੂੰ ਸਬਰ ਦਾ ਪੱਖ ਬਖਸ਼ਿਆ। ਇਹ ਤਾਂ ਐਵੇਂ ਨੈਸ਼ਨਲ ਮੀਡੀਆ ਸਾਡੇ ਭੰਡੀ ਪ੍ਰਚਾਰ ਤੋਂ ਕੋਈ ਕਮੀ ਨਹੀਂ ਛੱਡਦਾ। ਸਾਨੂੰ ਟੈਰੋਰਿਸਟ, ਸਾਨੂੰ ਬੜੇ ਵੱਡੇ ਅੱਤਵਾਦੀ ਤੇ ਹੋਸ਼ੇ ਪੁਣੇ ਵਾਲੇ ਪ੍ਰਚਾਰਦਾ ਰਹਿੰਦਾ ਹੈ, ਪਰ ਸਾਡੀ ਤਵਾਰੀਖ ਇਸ ਗੱਲ ਨੂੰ ਸਿੱਧ ਕਰਦੀ ਹੈ ਵੀ ਸਾਡੇ ਜਿੰਨਾ ਸਬਰ ਹੋਰ ਕਰ ਕੋਈ ਨਹੀਂ ਸਕਦਾ। ਸਾਡੇ ਸਤਿਗੁਰਾਂ ਨੇ ਸਾਨੂੰ ਪਹਿਲੇ 5 ਜਾਮੇ ਸਬਰ ਕਰਨਾ ਹੀ ਸਿਖਾਇਆ।
ਤੱਤੀਆਂ ਤਵੀਆਂ ਤੇ ਬਹਿ ਲਿਆ, ਸੀਸ ਵਿੱਚ ਤੱਤਾ ਰੇਤਾ ਪਵਾ ਲਿਆ, ਦੇਗਾਂ ਦੇ ਉਬਾਲੇ ਸਹਾਰ ਲਏ। ਇਹਦੋਂ ਵੱਧ ਕੀ ਸਬਰ ਹੋ ਸਕਦਾ ਹੈ? ਤੇ ਸਾਨੂੰ ਇਹ ਸਿਖਾਇਆ ਪਹਿਲੇ 5 ਜਾਮੇ। ਅਸੀਂ ਇੰਨੇ ਹੋਸ਼ੇ ਨਹੀਂ ਵੀ ਬਿਨਾਂ ਵਜ੍ਹਾ ਤੋਂ ਹੀ ਸ਼ਮਸ਼ੀਰਾਂ ਬੇਮਿਆਨੀਆਂ ਕਰ ਲੈਂਦੇ ਆ ਜਾਂ AK-47 ਚੁੱਕ ਲੈਂਦੇ। ਨਹੀਂ, ਅਸੀਂ ਪਿਆਰ ਦੇ ਨਾਲ ਪਹਿਲਾਂ ਆਪਣੇ ਇਨਸਾਫ ਦੀ ਗੁਹਾਰ ਲਾਉਂਦੇ ਆ। ਅਸੀਂ ਤਸ਼ੱਦਦ ਵੀ ਸਹਾਰੇ, ਪਰ ਜਦੋਂ ਜ਼ੁਲਮ ਆਪਣੀਆਂ ਹੱਦਾਂ ਪਾਰ ਕਰ ਜਾਵੇ ਫਿਰ ਸ਼ਮਸ਼ੀਰ ਨੂੰ ਹੱਥ ਪਾ ਲੈਣਾ ਹੀ ਧਰਮ ਦੀ ਗੱਲ ਹੈ। ਫਿਰ ਸਾਡੇ ਸਤਿਗੁਰਾਂ ਨੇ ਸਾਨੂੰ ਇਹ ਵੀ ਸੰਦੇਸ਼ ਬਖਸ਼ਿਆ ਵੀ ਚੂੰਕਾਰ ਅਜ ਹਮਾ ਹੀਲ ਤੇ ਦਰ ਗੁਜਸ਼ਤ ਹਲਾਲਸਤ ਬੁਰਦਨ ਬ ਸ਼ਮਸ਼ੀਰ ਦਸਤ। ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੀ ਬਾਤ ਮੇਰੇ ਤੋਂ ਪਹਿਲਾਂ ਗਿਆਨੀ ਜੀ ਪਾ ਕੇ ਗਏ ਹੈ। ਸਾਧ ਸੰਗਤ ਜੀ, ਉਹ ਸੰਤ ਵੀ ਸਨ ਤੇ ਸਿਪਾਹੀ ਵੀ ਸਨ। ਆਪਾਂ ਸੁਣਦੇ ਆ ਉਹਨਾਂ ਦੀ ਕੀਤੀ ਬੰਦਗੀ, ਉਹਨਾਂ ਦੀ ਇਬਾਦਤ ਦੀ ਵਾਰਤਾ, ਮਾਤਾ ਜੀ ਨੂੰ ਵਰ ਦੇਣਾ। ਔਰ ਸਾਧ ਸੰਗਤ ਜੀ, ਉੱਥੇ ਉਹਨਾਂ ਦੀ ਤਵਾਰੀਖ ਦੇ ਵਿੱਚ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਸਤਰ ਵਿਦਿਆ ਦੇ ਜੌਹਰ ਸਿਖਾਉਣੇ ਵੀ ਸ਼ਾਮਲ ਹੈ। ਭਾਵੇਂ ਸਤਿਗੁਰੂ ਸਰਬ ਕਲਾ ਸੰਪੰਨ ਸੰਸਾਰ ਤੇ ਆਏ, ਪਰ ਸਾਧ ਸੰਗਤ ਜੀ ਸਿੱਖਾਂ ਦੇ ਵਿੱਚ ਕਿਵੇਂ ਸਾਰੇ ਗੁਣ ਸੰਪੰਨ ਹੁੰਦੇ ਹੈ। ਬਾਬਾ ਬੁੱਢਾ ਸਾਹਿਬ ਜੀ ਦੀ ਮਹਿਮਾ ਨੂੰ, ਵਡਿਆਈ ਨੂੰ ਹੋਰ ਵੀ ਵਧਾਉਣ ਵਾਸਤੇ ਸਿੱਖੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਆਪਣੇ ਉਸਤਾਦ ਧਾਰਨ ਕੀਤਾ। ਤੇ ਬਚਪਨ ਦੇ ਵਿੱਚ ਹੀ ਸਾਧ ਸੰਗਤ ਜੀ ਉਹਨਾਂ ਨੇ ਤਲਵਾਰਬਾਜੀ, ਘੋੜਸਵਾਰੀ ਇਤਿਆਦਿਕ ਜਿਹੜੇ ਸੂਰਮਤਾਈ ਵਾਲੇ ਗੁਣ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਤੋਂ ਗ੍ਰਹਿਣ ਕਰ ਲਏ। ਕਿਉਂਕਿ ਆਉਣ ਵਾਲੇ ਸਮੇਂ ਬਾਰੇ ਸਤਿਗੁਰਾਂ ਨੂੰ ਗਿਆਤ ਹੈ। 5ਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਅੰਤਮ ਸਮੇਂ ਦਾ ਸੰਦੇਸ਼ਾ ਭੇਜਿਆ ਵੀ ਹੁਣ ਜਬਰ ਆਪਣੀਆਂ ਹੱਦਾਂ ਪਾਰ ਕਰ ਗਿਆ ਹੈ। ਸਾਧ ਸੰਗਤ ਜੀ, ਮੁਗਲਿਆ ਹਕੂਮਤ ਦੇ 4 ਤਖਤ ਸਨ, ਦਿੱਲੀ, ਲਾਹੌਰ, ਆਗਰਾ ਤੇ ਕਲਾਨੌਰ। ਤੇ ਗੁਰਦੇਵ ਨੇ ਆਖਿਆ ਵੀ ਹੁਣ ਇਹਨਾਂ 4 ਤਖਤਾਂ ਤੋਂ ਹੀ ਇਨਸਾਫ ਦੀ ਜਿਹੜੀ ਬਾਤ ਹੈ ਉਹ ਖਤਮ ਹੋ ਗਈ ਹੈ। ਸਿੱਖਾਂ ਨਾਲ ਨਾ ਇਨਸਾਫੀ ਹੋ ਰਹੀ ਹੈ ਤੇ ਜ਼ੁਲਮ ਹੋ ਰਿਹਾ ਹੈ। ਇਸ ਕਰਕੇ ਜ਼ੁਲਮ ਕਰਨਾ ਵੀ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ। ਤੇ ਉਹਨਾਂ ਤਖਤਾਂ ਵੱਲੇ ਨਹੀਂ ਵੇਖਦੇ ਰਹਿਣਾ, ਹੁਣ ਆਪਣਾ ਤਖਤ ਸਾਜਣਾ ਹੈ ਤੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਨਹੀਂ, ਸ਼ਸਤਰ ਨਾਲ ਕਰਨਾ ਹੈ। ਸਿੱਖਾਂ ਰਾਹੀਂ ਇਹ ਸੰਦੇਸ਼ਾ ਪਹੁੰਚਿਆ 6ਵੇਂ ਪਾਤਸ਼ਾਹ ਤੱਕ। ਬਾਬਾ ਬੁੱਢਾ ਸਾਹਿਬ ਜੀ ਨੇ 2 ਤੇਗਾਂ ਧਾਰਨ ਕਰਵਾਈਆਂ। ਅਕਾਲ ਤਖਤ ਸਾਹਿਬ ਦੀ ਸਾਜਣਾ ਹੋਈ। ਦੁਨੀਆ ਦੇ ਇਹਨਾਂ 4 ਤਖਤਾਂ ਤੋਂ ਉੱਚਾ ਤਖਤ ਅਕਾਲ ਸਾਜਿਆ ਗਿਆ। ਗੁਰੂ ਕੇ ਢਾਡੀਆਂ ਨੇ ਗਾਇਆ, 2 ਤਲਵਾਰੀ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾ ਕੋਟ ਗੜ, ਦਰਵਾਜ਼ਾ ਬਲਖ ਬਖੀਰ ਦੀ। ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਾਗੀਰ ਦੀ। ਪੱਗ ਤੇਰੀ ਕੀ ਜਹਾਂਗੀਰ ਦੀ। ਸੱਚੇ ਪਾਤਸ਼ਾਹ ਦੀ ਸ਼ਾਨ, ਬਾਦਸ਼ਾਹਾਂ ਦੀ ਸ਼ਾਨ ਨੂੰ ਮਾਤ ਪਾਉਣ ਵਾਲੀ ਗੁਰੂ ਕੇ ਢਾਡੀਆਂ ਨੇ ਵੀਰ ਰਸ ਭਰਿਆ। ਕੌਮ ਦੀ ਜਵਾਨੀ ਦੇ ਅੰਦਰ ਉਹ ਅਣਖ ਤੇ ਗੈਰਤ ਦਾ ਜਿਹੜਾ ਜੰਮਿਆ ਲਹੂ ਸੀ ਉਹ ਪਗਰਿਆ। ਗੁਰਦੇਵ ਨੇ ਜ਼ੁਲਮ ਦੇ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ। ਪਹਿਲਾ ਜੰਗ ਬਾਜ ਦੇ ਕਾਰਨ ਸ੍ਰੀ ਅੰਮ੍ਰਿਤਸਰ ਸਾਹਿਬ ਹੋਇਆ। ਜਿੱਤ ਦੇ ਡੰਕੇ ਵਜਾਉਂਦਿਆਂ ਸੱਚੀ ਸਰਕਾਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤਾਰ ਝਬਾਲ ਆ ਗਏ। ਇੱਥੇ ਆ ਕੇ ਆਪਣੀ ਪੁੱਤਰੀ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਕਰਨ ਦੇ ਉਪਰੰਤ ਗੁਰਦੇਵ ਨੇ ਮਾਝੇ ਦਾ ਭ੍ਰਮਣ ਕੀਤਾ। ਮਾਲਵੇ ਇਲਾਕੇ ਨੂੰ ਤਾਰਦੇ ਹੋਏ ਫਿਰ ਦੁਆਬੇ ਵੱਲ ਨੂੰ ਨਿਕਲ ਗਏ। ਦੁਆਬੇ ਤੋਂ ਪਰਤਦਿਆਂ ਰਿਆੜਕੀ ਵਾਲਿਆਂ ਬੇਨਤੀ ਕੀਤੀ, ਜੀ ਆਪ ਜੀ ਦੇ ਪਿਤਾ ਜੀ ਨੇ ਬੜਾ ਨਵਾਜਿਆ ਚਰਨ ਪਾ ਕੇ, ਤੇ ਤੁਸੀਂ ਵੀ ਕਿਰਪਾ ਕਰੋ ਸਾਡੇ ਇਲਾਕੇ ਨੂੰ ਵੀ ਨਵਾਜੋ। ਇੱਕ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਬਿਆਸਾ ਦੇ ਕਿਨਾਰੇ ਤੇ ਰੋਹਿਲੇ ਦਾ ਥੇ ਬੜਾ ਉੱਚਾ ਹੈ ਤੇ ਉਹ ਉੱਥੇ ਖੁਸ਼ਕ ਇਲਾਕਾ ਹੈ, ਪਾਣੀ ਵੀ ਨਹੀਂ ਬਾਰਿਸ਼ ਦਾ ਠਹਿਰਦਾ, ਵਰਖਾ ਦੀ ਰੁੱਤ ਹੈ ਤੇ ਦਰਿਆ ਦੇ ਕਿਨਾਰੇ ਬੜੀ ਠੰਡੀ ਹਵਾ ਸੁਹਾਵਣੀ ਆਉਂਦੀ ਹੈ, ਨੇੜੇ ਜੰਗਲ ਹੈ, ਸ਼ਿਕਾਰ ਵੀ ਮਿਲ ਜਾਂਦਾ ਹੈ ਤੇ ਘੋੜਿਆਂ ਦਾ ਸੋਹਣਾ ਤਵੇਲਾ ਵੀ ਸਜ ਜਾਵੇਗਾ, ਬੜੀ ਚਰਾਂਦ ਹੈ। ਮਹਾਰਾਜ ਕਿਰਪਾ ਕਰੋ ਉੱਥੇ ਪੜਾ ਲਾਓ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਦੀ ਬੇਨਤੀ ਪ੍ਰਵਾਨ ਕੀਤੀ। ਹਰਗੋਬਿੰਦਪੁਰਾ ਵਸਾਉਣ ਵਾਸਤੇ ਫੁਰਨਾ ਹੋਇਆ ਵੀ ਇਹ ਤਾਂ ਜਗ੍ਹਾ ਬੜੀ ਸੁਹਾਵਣੀ ਹੈ, ਇੱਥੇ ਤਾਂ ਸਾਡੇ ਵੱਡੇ ਸਤਿਗੁਰਾਂ ਨੇ, ਪਿਤਾ ਗੁਰਦੇਵ ਨੇ ਵੀ ਇਹ ਫੁਰਨਾ ਲਿਆ ਵੀ ਇੱਥੇ ਅਸਥਾਨ ਸੱਜੇ, ਇੱਥੇ ਸੋਹਣਾ ਸ਼ਹਿਰ ਬਣੇ ਜੋ ਸਿੱਖੀ ਦਾ ਕੇਂਦਰ ਹੋਵੇ ਇਸ ਇਲਾਕੇ ਵਿੱਚ। ਇਸ ਕਰਕੇ ਇਹ ਥਾਂ ਬੜਾ ਸੋਹਣਾ ਹੈ।
दरिया के किनारे ते वलगना वलना शुरू करिए। ब्रह्म ज्ञानी बाबा बुढ़ा साहब जी वास्ते पालकी भेजी गई, बीड़ साहब तो बिठा के बिरध बाबे नूं लिआंदा गया, मोड़ा गड़वाया। ब्रह्म ज्ञानी बाबा जी ने नाम महाराज के नाम ते रखिया हरगोबिंदपुरा। सिखां ने महाराज के हुक्म के नाल कंधां उसारनियां शुरू कीतियां। आओ तको इलाके दे भगवान दास घेरड़ चौधरी नूं पता लगा भी गुरु तां इत्थे पक्का टिकाणा करन वास्ते आ गया है, और ये तां मेरे वास्ते हानि दी गल है। मेरी चौधर दे विच मैनू बिना पुछे एक फकीर दी इन्नी जुरत भी कब्जा करना शुरू कर देवे, वलगने वालने शुरू कर देवे। हंकार दे घोड़े ते सवार होया, इलाके दा चौधरी भगवान दास घेरड़ पहुंचया। साध संगत जी, महाराज दियां उसारियां जा रही कंधां नूं इन्हें ढाउणा शुरू कर दिता। गुरु के सिखां दे सामने धन श्री गुरु हरगोबिंद साहब जी की शान के खिलाफ खोटे बोल बोलने शुरू कर दिते। ते जे कोई गुरु की शान के खिलाफ बोले फिर सिख तो नहीं जर सकते। बाबा बिधि चंद साहब जी वीर रस दे विच आ गए। गुर की निंदा सुने ना कान, भेंट करे संग कृपाण। एडा वड्डा ये स्थान जिथों की तुसीं सेवा करते हो, इन्ने चिर दा इतिहास तवारीख विच लिखिया ते भावना वाले महाराज दा जोड़ा मस्तक नूं छवाउंदे है ते बरकतां प्राप्त करते हैं। ते साडे विचों ही एक श्रेणी साडे वीरां दी इहो जी उठी है, बिना ज्ञात तो कूड़ प्रचार कर दी है इस स्थान के प्रथाए। गुरु घर दा कुकर होने के नाते साध संगत जी मैं बेनती करदा हाँ, ये पवित्र स्थान का तुसीं प्रबंध करते हो, नाल दी नाल ये भी यतन करिए जेड़ा कूड़ प्रचार महाराज दे इस स्थान के प्रति गुरुदेव के जोड़े के प्रति साडे विचों ही उठी एक जमात प्रचंड कर रही है, उन्होंने दबाया जाए तो मूँह तोड़वा उन्होंने लोगों का जवाब दिता जाए। भावना वाले गुरसिख सदा ही लाहा प्राप्त करते हैं ते गुरु की शान खिलाफ बोलन वालियां दे उपर गुरु के सिख प्रतिकर्म करते आए। ये नहीं भी जो कोई कही जाए तो असीं सुनी जाइए। साध संगत जी जे जवाब नहीं देवांगे तो उन्हां दी हौसला अफजाई होर भी वधेगी। इस करके बाबा बिधि चंद जी ने यह इतिहास रच के सानू दर्शाया भी सिख कदे गुरु की निंदा ना कन्ना दे नाल सुणन। महाराज सच्चे पातशाह की शान के खिलाफ जेड़े गले दे विचों खोटे बोल बोलदा सी ना भगवान दास घेरड़, बाबा बिधि चंद साहब जी ने उस गले नूं मारिया वलावा ते महाराज की शान के खिलाफ बोलन वाले भगवान दास घेरड़ चौधरी नूं सोधा इंज लाया। सतगुर मीरी पीरी वाले बैठे थे रहेले दे, हरगोबिंदपुर लगे वसावना मालक दुनिया मेले दे। आगे भगवान दास ने खोटा बोली अला दिता, फड़ के बाबे बिधि चंद ने घेरड़ नूं फुड़का दिता। चंदू दा ए रिश्तेदार सी चौधरी वेची इलाके दो, कई गुरां नूं था मेरी ते मारे तुसां ने डाके दो। गुरां सारी कंधा इसने एक पासा जद ढा दिता, फड़ के बाबे बिधि चंद ने घेरड़ नूं फुड़का दिता। रोकिया सिखां प्यार नाल सी अगों रौला पाउण लगा, झूठे राजे दा डर दे के सतगुर नूं धमकाउण लगा। गुरां दी शान खिलाफ इसने कई कुछ बोल सुना दिता, फड़ के बाबे बिधि चंद ने घेरड़ नूं फुड़का दिता। जेड़े गले चों खोटा बोलिया गलाए सदा कुटिया जा, छीनिया वाले मर्द दे वल्लों मारी इस नूं सुटिया जा। ओ ते दरगाही टिकटा इस नूं दे दरगाही टिकटा इस नूं गड्डी उपर चढ़ा दिता, फड़ के बाबे बिधि चंद ने घेरड़ नूं फुड़का दिता। ओ डेले पुठे हो गए इस दे, डेले पुठे हो गए इस दे, श्वास नाल ही रुक गए। चेले इस दे जान बचा के जंगलां दे विच लुक गए। गुरां दी निंदिया सिख ना सुनदे इंज इतिहास रचा दिता, फड़ के बाबे बिधि चंद ने घेरड़ नूं फुड़का दिता। चढ़ के आवे जे कोई गुर ते परतना जूंदा
ਗੁਰੂਆਂ ਦੀ 21 ਕੁਲਾਂ ਧਰਾ ਸਕਦਾ। ਨਿੰਦਕ ਦੁਸ਼ਟ ਵਿਰੋਧੀਆਂ ਤਾਈਆਂ ਨਿੰਦਕ ਦੁਸ਼ਟ ਵਿਰੋਧੀਆਂ ਤਾਈ ਸੋਹਣਾ ਸਬਕ ਸਿਖਾ ਦਿੱਤਾ। ਫੜ ਕੇ ਬਾਬੇ ਬਿਧੀ ਚੰਦ ਨੇ ਘੇੜ ਨੂੰ ਫੜਕਾ ਦਿੱਤਾ। ਦੱਸਿਆ ਸਿੱਖਾਂ ਸਤਿਗੁਰ ਜੀ ਨੂੰ ਕੂਚ ਜਹਾਨੋਂ ਕਰ ਗਿਆ ਏ। ਚੌਧਰੀ ਦਾ ਹੁਣ ਕੀ ਕਰੀਏ ਜੀ, ਇਹ ਤਾਂ ਇੱਥੇ ਮਰ ਗਿਆ ਏ। ਕਹਿ ਕੇ ਬੈਂਕਾ ਸਤਿਗੁਰ ਜੀ ਨੇ ਵਿਆਸ ਦੇ ਵਿੱਚ ਸੁਟਾ ਦਿੱਤਾ। ਫੜ ਕੇ ਬਾਬੇ ਬਿਧੀ ਚੰਦ ਨੇ ਘੇੜ ਨੂੰ ਫੜਕਾ ਦਿੱਤਾ। ਸਮੇਂ ਤੇ ਸਿੱਖਾਂ ਨੇ ਤਵਾਰੀਖ ਦੇ ਵਿੱਚ ਇਤਿਹਾਸ ਦੇ ਪੰਨੇ ਰਚ ਕੇ ਸਾਨੂੰ ਜੀਵਨ ਜਾਚ ਸਿਖਾਈ ਹੈ ਵੀ ਗੁਰੂ ਦੀ ਸ਼ਾਨ ਦੇ ਖਿਲਾਫ ਜੇ ਜੋ ਮਰਜ਼ੀ ਸੁਣੀ ਜਾ ਰਿਹਾ ਹੈ, ਖੋਟੇ ਬੋਲ ਗੁਰੂ ਦੀ ਨਿੰਦਾ ਸੁਣ ਰਿਹਾ ਹੈ, ਤੇ ਫਿਰ ਉਹ ਗੁਰੂ ਦਾ ਸਿੱਖ ਨਹੀਂ। ਕਲਗੀਧਰ ਪਿਤਾ ਦਸ਼ਮੇਸ਼ ਫਰਮਾਉਂਦੇ ਹੈ, ਜਾਂ ਕੋ ਲੂਣ ਖਾਈਐ ਤਾਂ ਕੋ ਛੋੜ ਕਤਹੂ ਨਾ ਜਾਈਐ। ਜਾਂ ਕੋ ਲੂਣ ਖਾਈਐ ਤਾਂ ਕੋ ਛੋੜ ਕਤਹੂ ਨਾ ਜਾਈਐ। ਜਾਂ ਕੋ ਲੂਣ ਖਾਈਐ ਤਾਂ ਕਿ ਆਗੇ ਹੋਇ ਕੇ ਜੁਝੀਐ। ਜਿਹੜੇ ਗੁਰੂ ਘਰ ਦਾ ਲੂਣ ਖਾਂਦੇ ਸੀ ਉਹਨਾਂ ਤੋਂ ਨਾ ਜਰਿਆ ਗਿਆ ਫਿਰ, ਤੇ ਮਾੜੀ ਭਾਵਨਾ ਲੈ ਕੇ ਗੁਰੂ ਘਰੇ ਆਇਆ। ਗੁਰੂ ਘਰ ਸ਼ੀਸ਼ੇ ਦੀ ਨਿਆਈ ਹੈ, ਜਿਵੇਂ ਜਿਹੋ ਜਿਹਾ ਵੇਖੀਏ ਉਹੋ ਜਿਹਾ ਦਿਖਾ ਦਿੰਦਾ ਹੈ ਨਾ ਸੀਸਾ। ਇਸੇ ਤਰ੍ਹਾਂ ਸਾਧ ਸੰਗਤ ਜੀ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ। ਇੱਥੇ ਵੀ ਜੈਸੀ ਮਨਸਾ ਤੈਸੀ ਦਸ਼ਾ, ਜੈਸਾ ਕਰਮ ਤੈਸੀ ਲਿਵ ਲਾਵੇ। ਜਿਹੋ ਜੀ ਭਾਵਨਾ ਮਨਸਾ ਧਾਰ ਕੇ ਘਰੋਂ ਆਪਾਂ ਆਵਾਂਗੇ ਉਹੋ ਜਿਹਾ ਫਲ ਇੱਥੋਂ ਮਿਲ ਜਾਵੇਗਾ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਦੇ ਵਿੱਚ ਆ ਕੇ ਕੰਧਾਂ ਦਾ ਢਾਈਆਂ ਪਰ ਮਹਾਰਾਜ ਦੀ ਸ਼ਾਨ ਦੇ ਖਿਲਾਫ ਵੀ ਬੋਲੇ। ਬਾਬਾ ਬਿਧੀ ਚੰਦ ਸਾਹਿਬ ਜੀ ਗੁਰੂ ਕਾ ਸੀਨਾ ਖਵਾਉਣ ਵਾਲੇ ਗੁਰਸਿੱਖ ਵੀਰ ਰਸ ਦੇ ਵਿੱਚ ਆ ਗਏ। ਨਾ ਜਰਿਆ ਗਿਆ ਇਹ ਖੋਟਾ ਕਰਮ ਭਗਵਾਨ ਦਾਸ ਘੇਰੜ ਦਾ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਸਾਧ ਸੰਗਤ ਜੀ ਇਹਦੀ ਗਰਦਨ ਨੂੰ ਵਲਾਵੇਂ ਦੇ ਵਿੱਚ ਲੈ ਕੇ ਤੇ ਇੱਕੋ ਹੀ ਝਟਕਾ ਮਾਰਿਆ, ਡੇਲੇ ਦੇ ਬਾਹਰ ਆ ਗਏ। ਘੁਆਂਟ ਨਹੀਂ ਖਾ ਕੇ ਹੇਠਾਂ ਡਿੱਗਾ। ਸਿੱਖਾਂ ਨੇ ਹਲੂਣ ਕੇ ਵੇਖਿਆ ਤੇ ਜਾਣ ਲਿਆ ਵੀ ਪ੍ਰਾਣ ਭੁਖੇਰੂ ਹੋ ਗਏ। ਸਿੱਖਾਂ ਨੇ ਵੇਖਿਆ ਵੀ ਨਬਜ ਨਹੀਂ ਚੱਲਦੀ, ਇਹਦੇ ਤਾਂ ਤੋਤੇ ਉੱਡ ਗਏ ਐ। ਗੁਰਦੇਵ ਦੇ ਪਾਸ ਬੇਨਤੀ ਕੀਤੀ, ਮਹਾਰਾਜ ਭਗਵਾਨ ਦਾਸ ਘੇਰੜ ਚੌਧਰੀ ਤਾਂ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਫੜਕਾ ਦਿੱਤਾ ਏ, ਇਹਦਾ ਹੁਣ ਕੀ ਕਰੀਏ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਮੁਬਾਰਕ ਰਸਨਾ ਤੋਂ ਕਹਿਣ ਲੱਗੇ, ਭਾਈ ਸਿੱਖੋ, ਇਹ ਮਨੁੱਖਾ ਜਨਮ ਬੜਾ ਕੀਮਤੀ ਹੈ ਔਰ ਇਹ ਇਬਾਦਤ ਵਾਸਤੇ ਮਿਲਿਆ ਹੈ, ਇਹ ਨਾਮ ਸੇਵਾ ਸਿਮਰਨ ਵਾਸਤੇ ਮਿਲਿਆ ਹੈ, ਇਹ ਦਸਾਂ ਨੋਹਾਂ ਦੀ ਕਿਰਤ ਕਰਕੇ ਨਾਮ ਜਪ ਕੇ ਤੇ ਵੰਡ ਛਕਣ ਵਾਸਤੇ ਮਿਲਿਆ। ਇਹ ਜਿਹੜੀਆਂ ਪਦਵੀਆਂ, ਇਹ ਜਿਹੜੀਆਂ ਅਹੁਦੇਦਾਰੀਆਂ, ਇਹ ਜਿਹੜੀਆਂ ਰਾਜਸੀ ਤਾਕਤਾਂ ਮਿਲਦੀਆਂ ਏ, ਇਹ ਵੀ ਕੀਤੀ ਇਬਾਦਤ ਤੇ ਪੁੰਨ ਕਰਮਾਂ ਦੇ ਸਦਕਾ ਮਿਲਦੀਆਂ, ਐਵੇਂ ਨਹੀਂ ਮਿਲ ਜਾਂਦੀਆਂ। ਪਿੰਡ ਦੀ ਸਰਪੰਚੀ ਤੋਂ ਲੈ ਕੇ ਕੋਈ MLA MP CM ਪ੍ਰਧਾਨ ਮੰਤਰੀ ਰਾਸ਼ਟਰਪਤੀ ਦੇ ਅਹੁਦੇ ਤੱਕ ਜਿਹੜਾ ਅਜੋਕੇ ਸਮੇਂ ਦੀਆਂ ਜੋ ਪਦਵੀਆਂ ਜਿਹੜਾ ਵੀ ਪਹੁੰਚਿਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਉਹਦਾ ਕੋਈ ਨੇਕ ਕਰਮ ਹੈ ਪਹਿਲਾ। ਔਰ ਇਹ ਕਹਾਵਤ ਵੀ ਹੈ ਸਾਡੇ ਦਾਨੇ ਬਜ਼ੁਰਗਾਂ ਦੀ ਕਿ ਤਪੋਂ ਰਾਜ, ਕੋਈ ਤਪ ਕੀਤਾ ਹੁੰਦਾ ਹੈ ਤੇ ਕੋਈ ਰਾਜ ਪਦਵੀ, ਕੋਈ ਚੌਧਰ, ਕੋਈ ਪ੍ਰਧਾਨਗੀ ਮਿਲਦੀ, ਐਵੇਂ ਨਹੀਂ ਮਿਲਦੀ। ਤਪੋਂ ਰਾਜ, ਤੇ ਜੇ ਰਾਜ ਤੇ ਬਹਿ ਕੇ ਭੁੱਲ ਜਾਵੇ ਤਪ ਕਰਨਾ, ਨਾਮ ਜਪਣਾ, ਇਬਾਦਤ ਕਰਨੀ, ਨਿਆਂ ਕਰਨਾ, ਤੇ ਫਿਰ ਜਿਹੜਾ ਤਪੋਂ ਰਾਜ ਮਿਲਿਆ ਉਹ ਰਾਜੋਂ ਨਰਕ ਤੱਕ ਲੈ ਜਾਂਦਾ ਹੈ, ਰਾਜੋਂ ਨਰਕ ਤੱਕ ਲੈ ਜਾਂਦਾ ਹੈ। ਜਿਹੜਾ ਰਾਜ ਖਾਲਸੇ ਨੂੰ ਮਹਾਰਾਜ ਨੇ ਬਖਸ਼ਿਆ ਸਾਧ ਸੰਗਤ ਜੀ, ਉਹ ਤਪੋਂ ਰਾਜ ਤੇ ਰਾਜੋਂ ਨਰਕ ਨਹੀਂ, ਉਹ ਰਾਜ ਜੋਗ ਬਣਿਆ, ਰਾਜ ਜੋਗ। ਪੜ੍ਹ ਕੇ ਵੇਖ ਲਈਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਿਹਨੂੰ ਰਾਜ ਖਾਲਸਾ ਆਖਿਆ ਜਾਂਦਾ ਹੈ। ਇੱਕ BBC ਚੈਨਲ ਹੈ ਸਾਧ ਸੰਗਤ ਜੀ, ਬ੍ਰਿਟਿਸ਼ ਬ੍ਰੌਡਕਾਸਟ, ਉਹਨਾਂ ਨੇ ਇੱਕ ਸਰਵੇ ਕਰਾਇਆ ਵੀ ਅੱਜ ਤੱਕ ਦਾ ਸਭ ਤੋਂ ਚੰਗਾ ਰਾਜ ਕਿਹੜਾ ਹੈ। 5 ਸਦੀਆਂ ਦਾ ਸਭ ਤੋਂ ਉੱਤਮ ਰਾਜ
ਸਾਨੂੰ ਫਖਰ ਹੁੰਦਾ ਹੈ ਕਿ ਉਹ ਖਾਲਸਾ ਰਾਜ ਸਿੱਧ ਹੋਇਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਿੱਧ ਹੋਇਆ ਹੈ। ਤੇ ਉਸ ਰਾਜ ਦੀ ਜੇ ਕੋਈ ਅੱਜ ਬਾਤ ਪਾਉਂਦਾ ਏ ਤੇ ਉਹਨੂੰ ਬੜਾ ਵੱਡਾ ਅੱਤਵਾਦੀ ਸਮਝਿਆ ਜਾਂਦਾ ਏ, ਤੇ ਉਹਨੂੰ ਦੇਸ਼ ਤੋੜਨ ਵਾਲਾ, ਉਹਨੂੰ ਦੇਸ਼ ਦੇ ਉੱਪਰ ਬੜਾ ਵੱਡਾ ਬੋਝ ਸਿੱਧ ਕਰਕੇ ਤੇ NSA ਲਾ ਕੇ ਡਿਬਰੂਗੜ੍ਹ ਸੁੱਟ ਦਿੱਤਾ ਜਾਂਦਾ ਹੈ, ਜਾਂ ਫਿਰ ਉਹਦਾ ਸ਼ਿਕਾਰ ਖੇਡ ਦਿੱਤਾ ਜਾਂਦਾ ਏ ਇਸ ਝੂਠੇ ਰਾਜਤੰਤਰ ਵੱਲੋਂ, ਇਸ ਦੇਸ਼ ਦੀਆਂ ਏਜੰਸੀਆਂ ਵੱਲੋਂ। ਮੈਂ ਬੇਨਤੀ ਕਰਾਂ, ਉਹ ਰਾਜ ਦਾ ਦਾਵਾ ਸਾਨੂੰ ਸਾਡੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਆਪਾਂ ਸੁਣ ਰਹੇ ਸੀ ਨਾ, ਤਵਾਰੀਖ ਦੇ ਪੰਨੇ ਮੇਰੇ ਤੋਂ ਪਹਿਲਾਂ ਗਿਆਨੀ ਜੀ ਸਾਂਝੇ ਕਰ ਰਹੇ, ਜਦੋਂ ਨਵਾਬੀ ਪੇਸ਼ ਹੋਈ ਤੇ ਖਾਲਸੇ ਨੇ ਪਹਿਲਾਂ ਇਨਕਾਰ ਕਰ ਦਿੱਤਾ ਸੀ, ਆਖਿਆ ਓਏ ਅਸੀਂ ਇਹ ਨਵਾਬੀਆਂ ਕੀ ਕਰਨੀਆਂ, ਅਸੀਂ ਵਜ਼ੀਰੀਆਂ ਦੇ ਦਾਅਵੇਦਾਰ ਹੀ ਨਹੀਂ ਆ। ਸਾਧ ਸੰਗਤ ਜੀ, ਜਿਹੜੀਆਂ ਵਜ਼ੀਰੀਆਂ ਦੇ ਬਦਲੇ ਅੱਜ ਲੋਕ ਹਕੂਮਤਾਂ ਦੇ ਤਲਵੇ ਚੱਟਦੇ ਫਿਰਦੇ ਐ, ਆਪਣੇ ਵੱਡਿਆਂ ਦਾ ਕਿਰਦਾਰ ਵੇਖੀਏ। ਉਹਨਾਂ ਨੇ ਆਖਿਆ ਵੀ ਸਾਨੂੰ ਨਹੀਂ ਇਹ ਨਵਾਬੀਆਂ ਚਾਹੀਦੀਆਂ। 18ਵੀਂ ਸਦੀ ਦਾ ਉਹ ਕੜਕਵਾਂ ਬੋਲ ਖਾਲਸੇ ਦਾ ਅੱਜ ਵੀ ਤਵਾਰੀਖ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਮਿਲਦਾ ਏ। ਉਹਨਾਂ ਨੇ ਆਖਿਆ, ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ। ਇਹ ਵਜ਼ੀਰੀਆਂ ਨਵਾਬੀਆਂ ਨਹੀਂ ਅਸੀਂ ਲੈਣੀਆਂ, ਅਸੀਂ ਤਾਂ ਰਾਜ ਦੇ ਦਾਅਵੇਦਾਰ ਆ, ਰਾਜ ਦੇ ਦਾਅਵੇਦਾਰ ਆ। ਜਦੋਂ ਲੈਣਾ ਹੋਇਆ ਰਾਜ ਲੈ ਲਵਾਂਗੇ, ਜਾਂ ਤਾਂ ਰਾਜ ਲਵਾਂਗੇ ਇੱਥੇ ਲੜ ਕੇ ਰਾਜ ਭੋਗਾਂਗੇ, ਜਾਂ ਫਿਰ ਸ਼ਹਾਦਤ ਪ੍ਰਾਪਤ ਕਰਕੇ ਦਰਗਾਹੀ ਰਾਜ ਕਰਾਂਗੇ। ਵਜ਼ੀਰੀਆਂ ਨਹੀਂ ਕਰਨੀਆਂ, ਕਰਨਾ ਰਾਜ ਹੀ ਹੈ ਅਸਾਂ। ਫਿਰ ਖਾਲਸੇ ਦੇ ਰੂਪ ਦੇ ਵਿੱਚ ਬਚਨ ਕੀਤਾ। ਕਪੂਰ ਸਿੰਘਾ, ਇਹ ਕਿਹੜਾ ਆਪਾਂ ਕੋਈ ਭੀਖ ਮੰਗ ਕੇ ਲਈ ਹੈ। ਹਕੂਮਤ ਸਾਡੇ ਬਲ ਤੋਂ, ਜਥੇਬੰਦਕ ਢਾਂਚੇ ਦੇ ਪ੍ਰਭਾਵ ਤੋਂ ਡਰਦੀ ਹੋਈ ਸਾਨੂੰ ਇਹ ਖਿੱਲਤ ਪੇਸ਼ ਕਰ ਰਹੀ ਹੈ। ਤੇ ਜੇ ਕੋਈ ਭੇਟਾ ਖਾਲਸੇ ਦੇ ਅੱਗੇ ਨਜ਼ਰਾਨੇ ਵਜੋਂ ਧਰੇ ਤੇ ਉਹਨੂੰ ਪ੍ਰਵਾਨ ਲੈਣੀ ਚਾਹੀਦੀ ਹੈ। ਤੁਸੀਂ ਸੁਣਿਆ ਨਵਾਬ ਕਪੂਰ ਸਿੰਘ, ਉਹਨਾਂ ਦਾ ਕਿਰਦਾਰ, ਉਹਨਾਂ ਨੇ ਖਾਲਸੇ ਦੇ ਜੋੜਿਆਂ ਨਾਲ ਛੁਹਾ ਕੇ ਨਵਾਬੀ ਦਾ ਤਾਜ ਪਹਿਨਿਆ ਤੇ ਆਖਿਆ, ਖਾਲਸਾ ਜੀ ਘੋੜਿਆਂ ਦਾ ਲਦਾੜਾ ਢਾਉਣਾ, ਖਾਲਸੇ ਨੂੰ, ਸਿੱਖਾਂ ਨੂੰ, ਸੰਗਤਾਂ ਨੂੰ ਪੱਖਾ ਝੱਲਣਾ ਤੇ ਪਾਣੀ ਢੋਣਾ ਲੰਗਰ ਲਈ, ਇਹ ਨਹੀਂ ਮੈਂ ਤਿਆਗਾਂਗਾ। ਇਹ ਹੈ ਰਾਜ ਖਾਲਸਾ। ਤੇ ਜੇ ਇਹ ਆ ਜਾਵੇ, ਜਾਂ ਇਹਨੂੰ ਅਸੀਂ ਰਾਜ ਖਾਲਸਾ ਕਹਿ ਲਈਏ ਜਾਂ ਖਾਲਿਸਤਾਨ ਕਹਿ ਲਈਏ, ਜੇ ਕਿਤੇ ਦੇਸ਼ ਦੇ ਵਿੱਚ ਇਹ ਬਣ ਜਾਵੇ ਤੇ ਫਿਰ ਸਾਧ ਸੰਗਤ ਜੀ ਮਾੜਾ ਕੀ ਹੈ ਇਹਦੇ ਵਿੱਚ? ਖਾਲਸੇ ਦੇ ਰਾਜ ਵਿੱਚ ਕਿਹਦੇ ਨਾਲ ਕੋਈ ਜ਼ਿਆਦਤੀ ਹੋਈ? ਨਾ ਕਿਸੇ ਹਿੰਦੂ ਵੀਰ ਨਾਲ ਹੋਈ, ਨਾ ਮੁਸਲਮਾਨ ਦੇ ਨਾਲ ਹੋਈ। ਸਗੋਂ ਖਾਲਸੇ ਰਾਜ ਦੇ ਵਿੱਚ ਜੇ ਗੁਰਦੁਆਰੇ ਤੇ ਸੋਨਾ ਚਾੜਿਆ, ਜਗੀਰ ਲਾਈ ਤੇ ਮਸੀਤਾਂ ਦੇ ਨਾਮ ਵੀ ਲੱਗੀ, ਮਸਜਿਦਾਂ ਦੇ ਨਾਮ ਵੀ ਲੱਗੀ, ਉੱਥੇ ਮੰਦਰਾਂ ਦੇ ਕਲਸਾਂ ਦੇ ਉੱਪਰ ਵੀ ਸੋਨਾ ਚੜਾਇਆ ਗਿਆ ਤੇ ਜਗੀਰਾਂ ਲਾਈਆਂ ਗਈਆਂ। ਉੱਥੇ ਸਾਰਿਆਂ ਵਾਸਤੇ ਵਿਦਿਆ ਦਾ ਪ੍ਰਬੰਧ ਕੀਤਾ ਗਿਆ, ਸਾਰਿਆਂ ਨਾਲ ਇਨਸਾਫ ਹੋਇਆ। ਇਨਸਾਫ ਕਰਨਾ ਤੇ ਜ਼ੁਲਮ ਨੂੰ ਨਾ ਸਹਾਰਨਾ ਸਾਡੀ ਤਵਾਰੀਖ ਨੇ ਸਾਨੂੰ ਸਿਖਾਇਆ ਹੈ। ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਜੋ ਗੁਰੂ ਕੇ ਖਾਲਸੇ ਨੇ ਸਿੱਖਿਆ, ਉਹਦੇ ਤੋਂ ਅੱਗੇ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਮੁਹਿੰਮ ਆਰੰਭੀ ਔਰ ਖਾਲਸੇ ਦੀ ਰਾਜ, ਖਾਲਸੇ ਦੇ ਰਾਜ ਤੱਕ ਬਾਤ ਪਹੁੰਚੀ। ਤੋਂ ਰਹੋ ਵਿਚਾਰ, ਆਪਾਂ ਮਜਮੂਨ ਦੇ ਵਿੱਚ ਰਹਿਣਾ, ਮੇਰੇ ਕੋਲੇ ਸਮੇਂ ਦੀ ਸੀਮਾ ਹੈ। ਆਪਣਾ ਮਜਮੂਨ ਦੂਜਾ ਜੰਗ ਹੈ ਛੇਵੇਂ ਪਾਤਸ਼ਾਹ ਦਾ। ਆਪਣੇ ਧਿਆਨ ਨੂੰ ਉੱਥੇ ਹੀ ਕੇਂਦਰਿਤ ਕਰੋ ਜਿੱਥੇ ਭਗਵਾਨ ਦਾਸ ਘੇਰੜ ਮਰਿਆ ਪਿਆ ਏ, ਡੇਲੇ ਬਾਹਰ ਆਏ ਹੈ ਤੇ ਛੇਵੇਂ ਪਾਤਸ਼ਾਹ ਕਹਿ ਰਹੇ ਹੈ ਕੋਈ ਐਵੇਂ ਜ਼ਿੰਦਗੀ ਗਵਾ ਗਿਆ। ਚੌਧਰ ਤਾਂ ਮਿਲੀ ਸੀ, ਕੋਈ ਚੰਗਾ ਕਰਮ ਪਹਿਲਾਂ ਕੀਤਾ ਹੋਵੇਗਾ, ਪਰ ਚੌਧਰ ਦਾ ਨਸ਼ਾ ਸਿਰ ਤੇ ਚੜਾ ਕੇ ਤੇ ਇਸ ਨਿਰਵੈਰ ਘਰ ਦੇ ਵਿੱਚ ਆ ਗਿਆ। ਗੁਰੂ ਨਾਨਕ ਦਾ ਘਰ ਨਿਰਵੈਰ ਹੈ, ਨਿਰਭਉ ਤੇ ਨਿਰਵੈਰ। ਖਾਲਸਾ ਜੀ, ਇਹ ਦੋ ਸ਼ਬਦ ਹੈ। ਮੈਂ ਆਪ ਜੀ ਦਾ 1 ਮਿੰਟ ਲਵਾਂਗਾ, ਫਿਰ ਪ੍ਰਸੰਗ ਦੇ ਵਿੱਚ ਆਪ ਜੀ ਦੀ ਸੁਰਤੀ ਨੂੰ ਜੋੜਨ ਦਾ ਯਤਨ ਕਰਾਂਗਾ। ਤਵੱਜੋ ਦੇਣਾ, ਨਿਰਭਉ ਤੇ ਨਿਰਵੈਰ, ਇਹ ਦੋ ਗੁਣ ਹੈ ਸਾਡੇ ਸਤਿਗੁਰਾਂ। ਇਹ ਅਕਾਲ ਪੁਰਖ ਦੇ ਰੱਬ ਦੇ ਦੋ ਗੁਣ ਹੈ ਤੇ ਰੱਬ ਦਾ ਸਰਗੁਣ ਸਰੂਪ ਹੀ ਗੁਰੂ ਸਾਹਿਬ ਆਏ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਹੀ ਰੂਪ ਗੁਰੂ ਦਾ ਸਿੱਖ ਹੋ ਜਾਂਦਾ ਹੈ। ਇਸ ਕਰਕੇ ਉਹ ਵੀ ਨਿਰਭਉ ਤੇ ਨਿਰਵੈਰ ਹੁੰਦਾ। ਜੇ ਇਕੱਲਾ ਨਿਰਭਉ ਹੈ ਤੇ ਉਹ ਨਹੀਂ ਕਿਸੇ ਕੰਮ ਦਾ। ਫਿਰ ਸਾਧ ਸੰਗਤ ਜੀ, ਹਿਟਲਰ ਵਰਗਾ ਮਾੜਿਆਂ ਨੂੰ ਮਤਾੜਨ ਵਾਲਾ ਵੀ ਹੋ ਸਕਦਾ। ਨਿਰਭਉ ਦਾ ਅਰਥ ਵੀ ਭੈ ਡਰ ਨਹੀਂ ਕਿਸੇ ਦਾ। ਨਿਰਭਉ ਹੈ ਪਰ ਨਿਰਵੈਰ ਤਾਂ ਨਹੀਂ ਨਾ। ਜੇ ਨਿਰਭਉ ਹੋਵੇਗਾ, ਡਰ ਨਹੀਂ ਹੈ ਤੇ ਤਾਕਤ ਹੈ, ਮਨ ਦੇ ਵਿੱਚ ਭੈ ਨਹੀਂ ਹੈ,
ਮਾੜਿਆਂ ਨੂੰ ਮਦਾੜਨ ਵਾਲਾ ਵੀ ਹੋ ਸਕਦਾ ਹੈ, ਅੱਤਵਾਦੀ ਵੀ ਸਿੱਧ ਹੋ ਸਕਦਾ ਹੈ, ਫਿਰ ਜ਼ੁਲਮ ਕਰਨ ਵਾਲਾ ਵੀ ਸਿੱਧ ਹੋ ਸਕਦਾ ਹੈ। ਤੇ ਜੇ ਨਿਰਭਉ ਨਹੀਂ ਹੈ, ਇਕੱਲਾ ਨਿਰਵੈਰ ਹੈ, ਇਕੱਲਾ ਨਿਰਵੈਰ ਹੋਣ ਦਾ ਵੀ ਕੋਈ ਲਾਭ ਨਹੀਂ। ਫਿਰ ਜਦੋਂ ਡੌਲਿਆਂ ਵਿੱਚ ਬਾਲੀ ਨਹੀਂ ਹੈ, ਨਿਰਭੈਤਾ ਦਾ ਗੁਣ ਹੀ ਨਹੀਂ ਹੈ, ਇਕੱਲਾ ਨਿਰਵੈਰ, ਫਿਰ ਵੈਰ ਕਰਨਾ ਵੀ ਕਿਹਦੇ ਨਾਲ? ਨਿਰਵੈਰ ਦਾ ਅਰਥ ਵੀ ਵੈਰ ਤੋਂ ਰਹਿਤ। ਜੇ ਜ਼ੋਰ ਹੀ ਨਹੀਂ ਤੇ ਫਿਰ ਵੈਰ ਕਿਹਦੇ ਨਾਲ ਕਰਨਾ? ਜਦੋਂ ਸ਼ਕਤੀ ਨਹੀਂ, ਫਿਰ ਬੁਝਦਿਲ ਤੇ ਕਹਿਰ ਹੋ ਸਕਦਾ ਹੈ, ਡਰਪੋਕ ਹੋ ਸਕਦਾ ਹੈ, ਜੇ ਇਕੱਲਾ ਨਿਰਵੈਰ। ਸਾਡੇ ਸਤਿਗੁਰੂ ਨਿਰਭਉ ਵੀ ਹਨ ਤੇ ਨਿਰਵੈਰ ਵੀ ਹਨ। ਇਹਨਾਂ ਦੋਵਾਂ ਗੁਣਾਂ ਨੂੰ ਮੇਲ ਕੇ ਇੱਕ ਮੁਕੰਮਲ ਹਸਤੀ ਸਿਰਜਦੇ ਆ ਸਿੱਖ ਦੀ, ਕਿ ਸਾਡਾ ਸਿੱਖ ਨਿਰਭਉ ਵੀ ਹੋਵੇ ਤੇ ਨਿਰਵੈਰ ਵੀ ਹੋਵੇ। ਥੋੜਾ ਹੋਰ ਸੌਖਾ ਕਰਾਂ ਸਮਝਣ ਲਈ, ਗੁਰਬਾਣੀ ਆਖਦੀ ਭੈ ਕਾਹੂ ਕੋ ਦੇਤ ਨਹਿ ਭੈ ਮਾਨ ਤਾਣ। ਇਸੇ ਤਰ੍ਹਾਂ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਤਾਣਾ, ਅਣਹੋਂਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਜਾਣਿਆ ਬਲ ਵੀ ਹੈ ਪਰ ਉਸ ਬਲ ਦਾ ਦੁਰਪ੍ਰਯੋਗ ਨਹੀਂ ਕਰਦਾ ਗੁਰੂ ਕਾ ਸਿੱਖ ਕਦੇ ਵੀ। ਸਾਡਾ ਰਾਜ ਸੀ, ਅਸੀਂ ਇਹ ਨਹੀਂ ਆਖਿਆ ਵੀ ਮੁਸਲਮਾਨਾਂ ਨੂੰ ਦਬਾ ਦਈਏ, ਹਿੰਦੂਆਂ ਨੂੰ ਦਬਾ ਦਈਏ, ਜਿਵੇਂ ਮੁਸਲਮਾਨਾਂ ਦੀ ਸਲਤਨਤ ਵਿੱਚ ਹੁੰਦਾ ਰਿਹਾ ਜਾਂ ਅੱਜ ਦੀ ਹਿੰਦੂਤਵ ਕਰ ਰਹੀ ਹੈ, ਵੀ ਹੋਰ ਦੂਜਾ ਤੀਜਾ ਤਾਂ ਦਿਸਣਾ ਹੀ ਨਹੀਂ ਚਾਹੀਦਾ ਕੋਈ, ਜਾਂ ਤਾਂ ਗੁਲਾਮ ਹੋ ਕੇ ਰਹਿਣ ਜਾਂ ਸਾਡੇ ਵਿੱਚ ਹੀ ਮਿਲ ਜਾਣ। ਇਹੋ ਏਜੰਡਾ ਹੈ ਹਕੂਮਤਾਂ ਦਾ। ਸਾਧ ਸੰਗਤ, ਗੁਰੂ ਕੇ ਖਾਲਸੇ ਨੂੰ ਮਹਾਰਾਜ ਨੇ ਨਿਰਭਉ ਤੇ ਨਿਰਵੈਰ ਬਣਾਇਆ ਹੈ। ਤੇ ਸਾਧ ਸੰਗਤ ਜੀ, ਜਿਹੜਾ ਨਿਰਭਉ ਤੇ ਨਿਰਵੈਰ ਗੁਰੂ ਹੈ, ਉਹਦੇ ਤੇ ਚੜ੍ਹਾਈ ਕਰਕੇ ਆਇਆ ਭਗਵਾਨ ਦਾਸ ਘੇਰੜ, ਤੇ ਮਹਾਰਾਜ ਨੇ ਆਖਿਆ ਵੀ ਇਹਦੇ ਸਿਰ ਤੇ ਚੌਧਰ ਦਾ ਨਸ਼ਾ ਚੜ ਜਾਂਦਾ ਹੈ ਨਾ। ਜਦੋਂ ਚੌਧਰਾਂ ਅਹੁਦੇਦਾਰੀਆਂ ਆ ਜਾਣ, ਤੁਲਸੀਦਾਸ ਬੜੇ ਮਹਾਨ ਦਾਰਸ਼ਨਿਕ ਮਹਾਂਪੁਰਖ ਹੋਏ ਆ ਭਾਰਤ ਵਰਸ਼ ਦੇ, ਉਹ ਵੀ ਲਿਖਦੇ ਆ, ਤੁਲਸੀ ਐਸੋ ਕੌਣ ਭਵ ਮਾਹੇ, ਰਾਜ ਪਾਏ ਮਦ ਆਵਤ ਨਾਹੇ। ਇਹੋ ਜਿਹਾ ਕੌਣ ਹੈ ਜਿਹਨੂੰ ਕੋਈ ਰਾਜ ਪਦਵੀ ਵੀ ਮਿਲ ਜਾਵੇ ਤੇ ਰਾਜ ਦਾ ਨਸ਼ਾ ਵੀ ਨਾ ਸਿਰ ਤੇ ਚੜੇ? ਇਹ ਚੜ ਹੀ ਜਾਂਦਾ ਹੈ। ਸਾਧ ਸੰਗਤ ਜੀ, ਜਿਹੜੇ ਪਹਿਲਾਂ ਵੱਡੇ ਵੱਡੇ ਦਮ ਗਜੇ ਮਾਰਦੇ ਆ, ਨਸ਼ਾ ਖਤਮ ਕਰ ਦਿਆਂਗੇ, ਗਰੀਬੀ ਖਤਮ ਕਰ ਦਿਆਂਗੇ, ਕਰਪਸ਼ਨ ਖਤਮ ਕਰ ਦਿਆਂਗੇ, ਆ ਵੇਖੋ ਕੀ ਹੋ ਰਿਹਾ। ਪਹਿਲਿਆਂ ਨੇ ਵੱਡੇ ਦਮ ਗਜੇ ਮਾਰੇ, ਸਹੁੰਆਂ ਖਾਧੀਆਂ, ਉਹ ਵੀ ਨਾ ਖਰੇ ਉਤਰੇ, ਨਵੇਂ ਲਿਆਂਦੇ, ਸੋਚਿਆ ਸ਼ਾਇਦ ਇਹ ਘੱਟ ਕੁੱਟਣਗੇ, ਪਹਿਲਿਆਂ ਬੜਾ ਕੁੱਟਿਆ ਵਾਰੋ ਵਾਰੀ ਜਦੋਂ ਉਹਨਾਂ ਦੀ ਵਾਰੀ ਸੀ, ਤੇ ਕੋਈ ਨਵਾਂ ਤੀਜਾ ਲੈ ਆਈਏ ਸ਼ਾਇਦ ਘੱਟ ਕੁੱਟੇ। ਉਹਨਾਂ ਨੇ ਇੰਨਾ ਕੁੱਟਿਆ, ਸਾਨੂੰ ਇਉਂ ਲੱਗਦਾ ਵੀ ਹੁਣ ਪਹਿਲੇ ਹੀ ਕੁੱਟਣ ਵਾਲੇ ਇੱਥੇ ਹੈਗੇ ਸਾਡੇ ਕੋਲੇ, ਨਵੇਂ ਕਿਉਂ ਲਿਆਂਦੇ ਦਿੱਲੀੋਂ। ਸਾਧ ਸੰਗਤ ਜੀ, ਸੱਚ ਕੌੜਾ ਹੁੰਦਾ ਹੈ, ਪਰ ਮੈਂ ਬੇਨਤੀ ਕਰਾਂ, ਜੇ ਇਸ ਸਟੇਜ ਤੇ ਨਹੀਂ ਬੋਲਦੇ ਤੇ ਤੁਹਾਡੇ ਤੇ ਗੁਰੂ ਦੇ ਗੁਨਾਹਗਾਰ ਹੋਵਾਂਗੇ। ਹੁਣ ਸਾਨੂੰ ਇਉਂ ਭਾਸਦਾ ਵੀ ਘੱਟੋ ਘੱਟ ਇੱਥੇ ਹੀ ਕੁੱਟਦੇ ਸੀ, ਪੰਜਾਬ ਤੋਂ ਬਾਹਰ ਤੇ ਨਹੀਂ ਸੀ ਨਾ ਲੈ ਜਾਂਦੇ। ਤੇ ਸਾਨੂੰ ਜਦੋਂ ਤੱਕ ਅਸੀਂ ਆਪਣੀ ਇੱਕ ਐਸੀ ਪੰਥਕ ਰਾਜਨੀਤਿਕ ਮਜ਼ਬੂਤ ਧਿਰ ਗੁਰੂ ਦੀ ਸਿੱਖਿਆ ਦੇ ਆਸ਼ੇ ਅਨੁਸਾਰ ਖੜੀ ਨਹੀਂ ਕਰ ਲੈਂਦੇ, ਉਦੋਂ ਤੱਕ ਸਾਨੂੰ ਇਉਂ ਜਾਪੀ ਜਾਣਾ ਹੈ ਵੀ ਸ਼ਾਇਦ ਕੋਈ ਨਵਾਂ ਲਿਆਵਾਂਗੇ ਘੱਟ ਕੁੱਟੇਗਾ। ਪਰ ਇਹ ਕੁੱਟ ਨਹੀਂ ਰੁਕਣੀ ਜਦੋਂ ਤੱਕ ਬੇਇਤਫਾਕੀ ਨਹੀਂ ਮੁੱਕਦੀ ਪੰਥ ਵਿੱਚੋਂ, ਜਦੋਂ ਤੱਕ ਇਕਜੁੱਟ ਨਹੀਂ ਹੁੰਦੇ। ਰਹੋ ਵਿਚਾਰ, ਸੱਚੇ ਪਾਤਸ਼ਾਹ ਨਿਰਭਉ ਨਿਰਵੈਰ ਗੁਰੂ ਤੇ ਚੜ ਕੇ ਆਇਆ, ਮਾਰਿਆ ਗਿਆ। ਗੁਰਦੇਵ ਨੇ ਆਖਿਆ ਇਹਦਾ ਕੀ ਚਾਰ ਪਾਉਣਾ ਹੈ, ਜਲਾ ਕੇ ਮਾਰੋ ਦਰਿਆ ਦੇ ਵਿੱਚ। ਸਿੱਖਾਂ ਨੇ ਬਿਆਸਾ ਵਿੱਚ ਸੁੱਟ ਦਿੱਤਾ। ਇਹਦੇ ਮਾਰੇ ਜਾਣ ਦੀ, ਗਲਾ ਘੁੱਟੇ ਜਾਣ ਦੀ, ਦਰਿਆ ਵਿੱਚ ਸੁੱਟੇ ਜਾਣ ਦੀ ਖਬਰ ਇਹਦੇ ਪੁੱਤਰ ਰਤਨ ਚੰਦ ਨੂੰ ਕਿਸੇ ਨੇ ਦੱਸੀ। ਅੱਗ ਬਬੂਲਾ ਹੋਇਆ, ਕਰਮਚੰਦ ਕੋਲੇ ਗਿਆ, ਉਹਨੇ ਆਖਿਆ ਵੀਰਾ ਅਣਹੋਣੀ ਹੋ ਗਈ। ਕਰਮਚੰਦ ਨੇ ਪੁੱਛਿਆ ਕੀ ਹੋਇਆ? ਇਹਨੇ ਆਖਿਆ ਜੋ ਤੇਰੇ ਨਾਲ ਹੋਇਆ ਉਹ ਮੇਰੇ ਨਾਲ ਹੋਇਆ। ਜਿਵੇਂ ਤੇਰੇ ਬਾਪ ਚੰਦੂ ਨੂੰ ਮਾਰਿਆ ਨਾ ਨੱਕ ਵਿੱਚ ਨਕੇਲ ਪਾ ਕੇ, ਮੇਰੇ ਬਾਪ ਨੂੰ ਵੀ ਗਲ ਘੁੱਟ ਕੇ ਮਾਰ ਕੇ ਦਰਿਆਏ ਪਾ ਦਿੱਤਾ ਹੈ। ਆਪਣੇ ਦੋਵਾਂ ਦੇ ਮਾਰਿਆ ਪਿਓ ਗੁਰੂ ਕਿਆਂ ਨੇ। ਆਪਣੀ ਅਣਖ ਗੈਰਤ ਤਾਂ ਜਿਉਂਦੀ ਰਹਿਣੀ ਹੈ ਜੇ ਬਦਲਾ ਲਈਏ। ਇਹਨੇ ਆਖਿਆ ਉਹ ਇਦਾਂ ਨਹੀਂ ਹੁਣ ਗੱਲ ਬਣਨੀ, ਹੁਣ ਤਾਂ ਜੰਗੀ ਯੋਧੇ ਆ ਗੁਰੂ ਦੀ ਹਾਜ਼ਰੀ ਵਿੱਚ ਸ਼ਸਤਰਧਾਰੀ, ਸਰਕਾਰ ਦੀ ਇਮਦਾਦ ਲਈਏ। ਇਹਨੇ ਆਖਿਆ ਮੇਰਾ ਚਾਚਾ ਲਾਲ ਚੰਦ ਚੰਦੂ ਦਾ ਛੋਟਾ ਭਾਈ ਸੀ, ਉਹ ਜਲੰਧਰ ਦੇ ਸੂਬੇਦਾਰ ਖਾਂ ਅਬਦੁੱਲੇ ਦਾ ਪੇਸ਼ਕਾਰ ਹੈ, ਉਹਨੂੰ ਨਾਲ ਲੈ ਕੇ ਜਾਈਏ। ਜਲੰਧਰ ਦੇ ਸੂਬੇਦਾਰ ਦਾ ਇਹ ਇਲਾਕਾ ਏ।